Good morning, student. Welcome to the class of economics. Today we will start with the microeconomics, and our first topic is central problem of the economy. Before going to the topic, let's discuss some basic about the economics. Economics is a science of a human behavior where resources are limited and human desires are unlimited. Economics ਕੀ ਹੈ? Economics ਸਾਡੇ ਹਿਊਮਨਸ ਦਾ ਬਿਹੇਵੀਅਰ ਆ ਕਿ ਅਸੀਂ ਕਿਸ ਤਰੀਕੇ ਨਾਲ ਜਿਹੜੇ ਸਾਡੇ ਸਾਧਨ ਆ ਉਹ ਬੜੇ ਲਿਮਿਟਿਡ ਆ ਔਰ ਉਹਨਾਂ ਲਿਮਿਟਿਡ ਸਾਧਨਾਂ ਨਾਲ ਜਿਹੜੇ ਆ ਹਿਊਮਨਸ ਆ ਉਹ ਕਿਸ ਤਰੀਕੇ ਨਾਲ ਆਪਣੀ ਡਿਜ਼ਾਇਰਸ ਹੈ ਜਿਹੜੀਆਂ ਇੱਛਾਵਾਂ ਹੈ ਅਨਲਿਮਿਟਿਡ ਡਿਜ਼ਾਇਰਸ ਹੈ ਉਹਨਾਂ ਨੂੰ ਦੀ ਪੂਰਤੀ ਕਿਸ ਤਰੀਕੇ ਨਾਲ ਕਰਦਾ ਉਹ ਸਾਰੀ ਐਕਟੀਵਿਟੀਜ਼ ਦੀ ਜਿਹੜੀ ਹੈ ਉਹਨੂੰ ਅਸੀਂ ਕਹਿੰਦੇ ਆ ਇਕਨੋਮਿਕਸ। ਐਂਡ ਦੂਸਰੇ another definition is economics is a science that studies human behaviors which aims at allocation of resources in such way that consumer can maximize their satisfaction, producer can maximize their profits, and society can maximize its social welfare. Economics देखिए तो ਜਿਹੜੇ ਸਾਡੇ ਰਿਸੋਰਸਿਸ ਆ ਉਹ ਸਾਡੇ ਕੀ ਆ ਸਕੇਅਰਸ ਆ ਲਿਮਿਟਿਡ ਆ ਔਰ ਉਹਨਾਂ ਲਿਮਿਟਿਡ ਰਿਸੋਰਸਿਸ ਦੇ ਨਾਲ ਇੱਕ ਜਿਹੜਾ ਕੰਜ਼ਿਊਮਰ ਹੈ ਕਿਸ ਤਰੀਕੇ ਨਾਲ ਆਪਣੀ ਸੈਟਿਸਫੈਕਸ਼ਨ ਲੈਵਲਸ ਨੂੰ ਮੈਕਸੀਮਾਈਜ਼ ਕਰਦਾ ਆ ਪ੍ਰੋਡਿਊਸਰ ਕਿਸ ਤਰੀਕੇ ਨਾਲ ਉਹ ਲਿਮਿਟਿਡ ਰਿਸੋਰਸਿਸ ਤੋਂ ਆਪਣੇ ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਦਾ ਆ ਔਰ ਸੁਸਾਇਟੀ ਕਿਸ ਤਰੀਕੇ ਨਾਲ ਉਹ ਲਿਮਿਟਿਡ ਰਿਸੋਰਸਿਸ ਤੋਂ ਆਪਣੇ ਵੈਲਫੇਅਰ ਨੂੰ ਮੈਕਸੀਮਾਈਜ਼ ਕਰਦੀ ਹੈ। ਆਲ ਦ ਸਟੱਡੀ ਆਫ ਦੀਜ਼ ਜਿਹੜੀ ਆ ਉਹ ਹੈ ਇਕਨੋਮਿਕਸ। ਇਕੋਨਮੀ ਕੀ ਹੈ? ਦੂਸਰਾ ਜਿਹੜਾ ਵਰਡਸ ਬਹੁਤ ਰੈਗੂਲਰਲੀ ਯੂਜ਼ ਹੋਏਗਾ ਇਕੋਨਮੀ ਕੀ ਹੈ। ਜਿੰਨੀਆਂ ਵੀ ਇਕਨੋਮਿਕ ਐਕਟੀਵਿਟੀਜ਼ ਨੇ ਇਕਨੋਮਿਕਸ ਘਟਨਾਵਾਂ ਨੇ ਕਿਰਿਆਵਾਂ ਨੇ ਆਰਥਿਕ ਕਿਰਿਆਵਾਂ ਨੇ ਜੋ ਵੀ ਅਸੀਂ ਕੰਮ ਕਰਦੇ ਹਾਂ ਜਿਹੜੀਆਂ ਉਹ ਸਾਰੀਆਂ ਇੱਕ ਇਕੋਨਮੀ ਦੇ ਅੰਦਰ ਹੁੰਦੀਆਂ ਨੇ। ਔਰ ਇਕੋਨਮੀ ਕੀ ਹੈ? ਐਨ ਇਕੋਨਮੀ ਪ੍ਰੋਵਾਈਡ ਮੀਨਸ ਫॉर अर्न देयर ਲਾਈਵਲੀਹੁੱਡ। ਉਹ ਜਿੰਨੀਆਂ ਵੀ ਇਹ ਇਕਨੋਮਿਕਸ ਐਕਟੀਵਿਟੀ ਨੇ ਆਰਥਿਕ ਕਿਰਿਆਵਾਂ ਨੇ ਇਹਨਾਂ ਕਿਰਿਆਵਾਂ ਨੂੰ ਕਰਨ ਲਈ ਜਿਹੜੀ ਇਕਨੋਮੀਜ਼ ਹੈ ਉਹ ਸਾਨੂੰ ਸਾਧਨ ਪ੍ਰੋਵਾਈਡ ਕਰਦੀ ਹੈ। ਕਲੀਅਰ? ਅਗਰ ਹੁਣ ਅਸੀਂ ਇਸ ਵਰਡਸ ਦੀ ਡਿਸਕਸ਼ਨ ਕਰੀਏ ਕਿ ਇਕਨੋਮਿਕਸ ਦੀ ਜਿਹੜੀ ਸ਼ੁਰੂਆਤ ਕਿੱਥੋਂ ਹੋਈ ਤਾਂ ਇਕਨੋਮਿਕਸ ਇੱਕ ਗ੍ਰੀਕ ਲੈਂਗੁਏਜ ਦਾ ਵਰਡ ਆ ਗ੍ਰੀਕ ਲੈਂਗੁਏਜ ਦਾ ਵਰਡ ਹੈ ਜਿਹਦਾ ਮਤਲਬ ਹੈ ਓਕਿਓਸ ਐਂਡ ਨੈਮਿਨਸ। ਓਕਿਓਸ ਦਾ ਮਤਲਬ ਹੈ ਹਾਊਸ ਹੋਲਡ ਐਂਡ ਨੈਮਿਨਸ ਦਾ ਮਤਲਬ ਹੈ ਮੈਨੇਜਮੈਂਟ। ਮਤਲਬ ਹਾਊਸ ਹੋਲਡਸ ਦੀ ਮੈਨੇਜਮੈਂਟ ਕਿਸ ਤਰੀਕੇ ਨਾਲ ਅਸੀਂ ਜਿਹੜਾ ਘਰ ਦੀਆਂ ਜ਼ਰੂਰਤਾਂ ਨੂੰ ਮੈਨੇਜ ਕਰਦੇ ਹਾਂ ਉਹ ਕੀ ਆ ਇਕਨੋਮਿਕਸ ਆ। ਕਲੀਅਰ? ਤਾਂ ਇਸ ਤਰੀਕੇ ਨਾਲ ਤੁਸੀਂ ਸਾਰੇ ਹੀ ਇਕਨੋਮਿਕਸ ਤੋਂ ਕਿਉਂਕਿ ਹਰ ਇਨਸਾਨ ਹੈ ਜਿਹੜਾ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਕਿਸ ਤਰੀਕੇ ਨਾਲ ਮੈਨੇਜ ਕਰਦਾ ਉਹਦੇ ਕੋਲ ਕੀ ਸਾਧਨ ਆ ਔਰ ਕਿਸ ਤਰੀਕੇ ਨਾਲ ਉਹਨੇ ਆਪਣੀਆਂ ਜ਼ਰੂਰਤਾਂ ਨੇ ਉਹ ਪੂਰੀਆਂ ਕਰਨੀਆਂ ਨੇ ਆਪਣੀਆਂ ਜ਼ਰੂਰਤਾਂ ਨੂੰ ਉਹ ਕੈਟੇਗਰਾਈਜ਼ ਕਰਦਾ ਗਾ ਔਰ ਉਹਦੇ ਅਕੋਰਡਿੰਗ ਉਹ ਪੂਰਾ ਕਰਦਾ ਗਾ। ਤਾਂ ਉਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਅਸੀਂ ਡੇ ਟੂ ਡੇ ਲਾਈਫ ਦੇ ਵਿੱਚ ਪਰਫੋਰਮ ਕਰਦੇ ਹਾਂ ਉਹ ਸਾਰੀਆਂ ਐਕਟੀਵਿਟੀਜ਼ ਕੀ ਆ ਸਾਡੀਆਂ ਇਕਨੋਮਿਕ ਐਕਟੀਵਿਟੀਜ਼ ਆ। ਅਗਰ ਅਸੀਂ ਇਕਨੋਮਿਕਸ ਦੀ ਗੱਲ ਕਰੀਏ ਤਾਂ ਫਾਦਰ ਆਫ ਜਿਹੜਾ ਮਾਡਰਨ ਇਕਨੋਮਿਕਸ ਦਾ ਫਾਦਰ ਆ ਉਹ ਐਡਮ ਸਮਿਥ ਨੂੰ ਕਿਹਾ ਗਿਆ ਹੈਗਾ। 1976 ਦੇ ਅੰਦਰ ਐਡਮ ਸਮਿਥ ਨੇ ਜਿਹੜਾ ਇਕਨੋਮਿਕਸ ਨੂੰ ਕਿਹਾ ਕਿ ਇਕਨੋਮਿਕਸ ਜਿਹੜੀ ਹੈ ਦੈਟ ਇਜ਼ ਦਾ ਸਟੱਡੀ ਆਫ ਵੈਲਥ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀ ਡੈਫੀਨੇਸ਼ਨ ਸੀਗੀਆਂ। ਕਿਹਾ ਗਿਆ ਕਿ ਪੋਲੀਟੀਕਲ ਸਾਇੰਸ ਹੈ ਕਿਸੇ ਨੇ ਕਿਹਾ ਦੈਟ ਇਜ਼ ਦਾ ਰਿਲੇਟਿਡ ਟੂ ਦਾ ਮਨੀ ਹੈ। ਬਟ 1976 ਦੇ ਅੰਦਰ ਐਡਮ ਸਮਿਥ ਨੂੰ ਜਿਹਨੂੰ ਅਸੀਂ ਮਾਡਰਨ ਫਾਦਰ ਆਫ ਮਾਡਰਨ ਇਕਨੋਮਿਕਸ ਕਹਿੰਦੇ ਹਾਂ ਉਹਨਾਂ ਨੇ ਕਿਹਾ ਕਿ ਇਕਨੋਮਿਕਸ ਜਿਹੜੀ ਆ ਉਹ ਵੈਲਥ ਦੀ ਡੈਫੀਨੇਸ਼ਨ ਹੈ ਵੈਲਥ ਦੀ ਸਟੱਡੀ ਹੈ। ਬਟ ਫਿਰ ਅੱਗੇ ਇਸ ਚੀਜ਼ ਦਾ ਕ੍ਰਿਟਿਸਿਜ਼ਮ ਹੋਇਆ। ਬਹੁਤ ਸਾਰੇ ਅਰਥਸ਼ਾਸਤਰੀਆਂ ਨੇ ਕਿਹਾ ਕਿ ਨਹੀਂ ਇਕਨੋਮਿਕਸ ਇਕੱਲਾ ਧਨ ਦੀਆਂ ਨਾਲ ਸੰਬੰਧਿਤ ਨਹੀਂ ਹੈ। ਇਹਦੇ 'ਚ ਅਸੀਂ ਜਿੱਦਾਂ ਮਾਰਸ਼ਲ ਨੇ ਕਿਹਾ ਕਿ ਇਕਨੋਮਿਕਸ ਜਿਹੜੀ ਆ ਉਹ ਵੈਲਫੇਅਰ ਦੀ ਵੀ ਗੱਲ ਜਿਹੜੀ ਆ ਕਰਦੀ ਹੈ। ਇਕਨੋਮਿਕਸ ਦਾ ਇਕੱਲਾ ਮਤਲਬ ਇਕਨੋਮਿਕ ਐਕਟੀਵਿਟੀਜ਼ ਨਾਲ ਨਹੀਂ ਹੈ। ਬਹੁਤ ਸਾਰੀ ਐਕਟੀਵਿਟੀਜ਼ ਇਹੋ ਜਿਹੀਆਂ ਵੀ ਨੇ ਜਿਹੜੀਆਂ ਵੈਲਫੇਅਰ ਲਈ ਕੀਤੀਆਂ ਜਾਂਦੀਆਂ ਨੇ। ਹੁਣ ਗੌਰਮੈਂਟਸ ਜਿੱਦਾਂ ਫੋਰ ਐਗਜ਼ਾਮਪਲ ਗਵਰਨਮੈਂਟਸ ਕੰਮ ਕਰਦੀ ਹੈ ਸਕੂਲ ਪਾਰਕਸ ਜਾਂ ਇੱਦਾਂ ਦੀ ਐਕਟੀਵਿਟੀਜ਼ ਜਿਨ੍ਹਾਂ ਤੋਂ ਕੋਈ ਕਮਾਈ ਨਹੀਂ ਹੋਏਗੀ ਬਟ ਉਹ ਕੀ ਹੈ ਵੈਲਫੇਅਰ ਇਕੋਨਮੀ ਨੂੰ ਵਧੀਆ ਬਣਾਉਣ ਲਈ ਜਾਂ ਲੋਕਾਂ ਦੀ ਵੈਲਫੇਅਰ ਲਈ ਉਹ ਕੰਮ ਕੀਤੇ ਜਾਂਦੇ। ਤਾਂ ਇਕੋਨਮੀ ਦਾ ਮਤਲਬ ਇਕੱਲਾ ਵੈਲਥ ਨਾਲ ਨਹੀਂ ਹੈ ਵੈਲਫੇਅਰ ਨਾਲ ਹੈ। ਬਟ ਫਿਰ ਰੋਬਿਨਸ ਨੇ ਕਿਹਾ ਕਿ ਨਹੀਂ ਇਹ ਦੋਨੋਂ ਹੀ ਜਿਹੜੀਆਂ ਨੇ ਕੰਪਲੀਟ ਡੈਫੀਨੇਸ਼ਨਸ ਨਹੀਂ ਨੇ ਇਕਨੋਮਿਕਸ ਦੀਆਂ। ਇਕਨੋਮਿਕਸ ਬੇਸਿਕਲੀ ਕੀ ਹੈ ਕਿ ਸਕੇਅਰਸਿਟੀ ਆਫ ਰਿਸੋਰਸਿਸ
ਨੂੰ ਕਿਸ ਤਰੀਕੇ ਨਾਲ ਅਸੀਂ ਮੈਕਸੀਮਾਈਜ਼ ਆਪਣੇ ਪ੍ਰੋਫਿਟਸ ਨੂੰ ਜਾਂ ਆਪਣੀ ਜ਼ਰੂਰਤਾਂ ਨੂੰ ਮੈਕਸੀਮਾਈਜ਼ ਜਾਂ ਆਪਣੀ ਸੈਟਿਸਫੈਕਸ਼ਨ ਲੈਵਲਸ ਨੂੰ ਮੈਕਸੀਮਾਈਜ਼ ਕਰਨ ਲਈ ਕਿਸ ਤਰੀਕੇ ਨਾਲ ਅਸੀਂ ਸਕੇਅਰਸ ਰਿਸੋਰਸਿਸ ਨੂੰ ਯੂਜ਼ ਕਰਦੇ ਹਾਂ, ਉਹ ਇਕਨੋਮਿਕਸ ਹੈ। ਤੇ ਇਹ ਸਾਰੀਆਂ ਹੀ ਜਿਹੜੀਆਂ ਇਕਨੋਮਿਕਸ ਨੂੰ ਤਿੰਨ ਡੈਫੀਨੇਸ਼ਨਸ ਦੇ ਵਿੱਚ ਡਿਵਾਈਡ ਕੀਤਾ ਗਿਆ। ਲੈਟਸ ਅੱਗੇ ਚੱਲਦੇ ਹਾਂ ਅਸੀਂ ਇਕਨੋਮਿਕਸ ਸਟਾਰਟਿੰਗ ਦੇ ਵਿੱਚ ਜਦੋਂ ਹੁਣ ਇਕਨੋਮਿਕਸ ਦੀ ਸਟੱਡੀ ਸ਼ੁਰੂ ਹੋਈ ਤਾਂ ਬਹੁਤ ਸਾਰੀ ਪ੍ਰੋਬਲਮਸ ਕ੍ਰੀਏਟ ਹੋਈ। ਇਕਨੋਮਿਕਸ ਇੱਕ ਇੰਡੀਵਿਜੂਅਲ ਦੀ ਗੱਲ ਕਰ ਰਹੇ ਹਾਂ ਅਸੀਂ, ਜਾਂ ਅਸੀਂ ਇੱਕ ਫਰਮ ਦੀ ਗੱਲ ਕਰ ਰਹੇ ਹਾਂ, ਜਾਂ ਇੱਕ ਇੰਡਸਟਰੀ ਦੀ, ਇੱਕ ਕੰਟਰੀ ਦੀ, ਲਾਰਜ ਲੈਵਲ ਦੀ। ਤਾਂ ਇਹ ਸਾਰੀਆਂ ਚੀਜ਼ਾਂ ਦੀ ਪ੍ਰੋਬਲਮਸ ਨੂੰ ਦੂਰ ਕਰਨ ਦੇ ਲਈ ਫਿਰ ਕੀ ਕੀਤਾ ਗਿਆ, ਇਕਨੋਮਿਕਸ ਨੂੰ ਰੈਗਨਰ ਫ੍ਰਿੰਚ ਨੇ ਇਕਨੋਮਿਕਸ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ, ਮਾਈਕਰੋ ਐਜ਼ ਵੈਲ ਐਜ਼ ਮੈਕਰੋ। ਮਾਈਕਰੋ ਮੀਨਸ ਜਿੱਥੇ ਇਹ ਤੁਸੀਂ ਦੇਖੋਗੇ ਆਈ ਹੈ, ਇਹ ਤੋਂ ਬੜਾ ਈਜ਼ਲੀ ਤੁਸੀਂ ਇਹਨੂੰ ਡਿਵਰਸੀਫਾਈਡ ਕਰ ਸਕਦੇ ਹੋ। ਆਈਜ਼ ਮੀਨਸ ਇੰਡੀਵਿਜੂਅਲ, ਏ ਮੀਨਸ ਐਗਰੀਗੇਟ ਇੰਡਸਟਰੀ। ਇੰਡੀਵਿਜੂਅਲ ਜਦੋਂ ਅਸੀਂ ਬੇਸਿਕਲੀ ਅਗਰ ਅਸੀਂ ਇਹਨੂੰ ਵੀ ਕਹਿ ਸਕਦੇ ਹਾਂ ਕਿ ਸਮੋਲ, ਮਾਈਕਰੋ ਮੀਨਸ ਸਮੋਲਸ ਐਂਡ ਮੈਕਰੋ ਮੀਨਸ ਲਾਰਜ, ਠੀਕ ਹੈ। ਔਰ ਮਾਈਕਰੋ ਦੇ ਵਿੱਚ ਅਸੀਂ ਇੱਕ ਇੰਡੀਵਿਜੂਅਲ ਦੀ ਗੱਲ ਕਰਦੇ ਹਾਂ, ਇੱਕ ਫਰਮ ਦੀ ਗੱਲ ਕਰਦੇ ਹਾਂ, ਇੱਕ ਛੋਟੀ ਕਿਸੇ ਇੰਡੀਵਿਜੂਅਲ ਦੀ ਗੱਲ ਕਰਦੇ ਹਾਂ। ਬਟ ਮੈਕਰੋ ਦੇ ਵਿੱਚ ਅਸੀਂ ਐਗਰੀਗੇਟ ਲੈਵਲ 'ਤੇ ਹੋਲ ਦੀ ਗੱਲ ਕਰਦੇ ਹਾਂ, ਪੂਰੇ ਦੀ ਪੂਰੀ ਕੰਟਰੀ ਦੇ, ਇੱਕ ਦੇਸ਼ ਦੇ ਵਿੱਚ ਹੋਣ ਵਾਲੀਆਂ ਐਗਰੀਗੇਟਸ ਐਕਟੀਵਿਟੀਜ਼ ਦੀ ਗੱਲ ਕਰਦੇ ਹਾਂ, ਇੱਕ ਉਸ ਪਰਟੀਕੂਲਰ ਇੰਡਸਟਰੀ ਦੀ ਗੱਲ ਕਰਦੇ ਹਾਂ, ਪੂਰੀ ਇਕੋਨਮੀ ਦੀ ਗੱਲ ਕਰਦੇ ਹਾਂ। ਕਲੀਅਰ। ਤੋ ਇਕਨੋਮਿਕਸ ਹੈ ਜਿਹੜੀ ਬੱਚੇ ਅਸੀਂ ਉਹਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੱਤਾ, ਮਾਈਕਰੋ ਐਂਡ ਮੈਕਰੋ। ਹੇਅਰ ਇਨ +1 ਵੀ ਵਿਲ ਸਟੱਡੀ ਅਬਾਊਟ the microeconomics, and in +2 we will study about the macroeconomics. Now move to the topics. Our topic is today's central problem of the economy. ਸਾਡੀ ਇਕੋਨਮੀ ਦੀ ਸੈਂਟਰਲ ਪ੍ਰੋਬਲਮ ਕੀ ਹੈ। ਹੁਣ ਅਸੀਂ ਡੈਫੀਨੇਸ਼ਨਸ ਪਿੱਛੇ ਬੱਚੇ ਜੀ ਪੜ੍ਹੀਆਂ ਨੇ, ਜਾਂ ਰੋਬਿਨਸ ਨੇ ਜਿੱਦਾਂ ਕਿਹਾ ਕਿ ਇਕੋਨਮੀ ਦੇ ਵਿੱਚ ਕੀ ਹੈ ਕਿ ਸਾਡੇ ਰਿਸੋਰਸਿਸ ਹੈ ਜਿਹੜੇ ਸਾਰੇ ਉਹ ਲਿਮਿਟਿਡ ਆ, ਔਰ ਉਸ ਰਿਸੋਰਸਿਸ ਤੋਂ ਅਸੀਂ ਕਿੱਦਾਂ ਮੈਕਸੀਮਾਈਜ਼ ਆਊਟਪੁੱਟ ਕਰਨਾ ਗਾ, ਉਹ ਕੀ ਹੈ ਸਾਡੀ ਇਕਨੋਮਿਕਸ ਹੈ। ਤਾਂ ਸੈਂਟਰਲ ਪ੍ਰੋਬਲਮ ਕਿੱਥੋਂ ਹੋਈ, ਕਿਉਂਕਿ ਸਾਡੇ ਜਿਹੜੇ ਰਿਸੋਰਸ ਆ ਉਹ ਕੀ ਹੈ, ਇੱਕ ਤਾਂ ਸਕੇਅਰਸ ਹੈ, ਲਿਮਿਟਿਡ ਆ, ਸੈਕਿੰਡ ਉਹਨਾਂ ਦਾ ਕੀ ਹੈ, ਅਲਟਰਨੇਟ ਯੂਜ਼ ਹੈ। ਹਰ ਚੀਜ਼ ਦਾ ਬੱਚੇ ਹਰੇਕ ਚੀਜ਼ ਹੈ ਸਾਡੀ ਇਕੋਨਮੀ ਦੇ ਅੰਦਰ, ਹਰੇਕ ਚੀਜ਼ ਦੇ ਇੱਕੋ ਹੀ ਯੂਜ਼ ਨਹੀਂ ਹੈ, ਉਹਦੇ ਇੱਕ ਤੋਂ ਵੱਧ ਯੂਜ਼ ਆ। ਤਾਂ ਮਤਲਬ ਅਸੀਂ ਅਗਰ ਕਿਸੇ ਚੀਜ਼ ਨੂੰ ਇੱਕ ਸਮੇਂ 'ਤੇ ਕਿਤੇ ਵਰਤ ਰਹੇ ਹਾਂ ਤਾਂ ਦੈਟ ਮੀਨਸ ਅਸੀਂ ਕੀ ਕਰ ਰਹੇ ਹਾਂ, ਉਸ ਚੀਜ਼ ਦਾ ਦੂਸਰੀ ਜਗ੍ਹਾ ਤੋਂ ਉਸ ਚੀਜ਼ ਦਾ ਅਸੀਂ ਸੈਕਰੀਫਾਈਸ ਕਰ ਰਹੇ ਹਾਂ। ਅਸੀਂ ਇਹਨੂੰ ਅੱਗੇ ਐਗਜ਼ਾਮਪਲ ਦੇ ਨਾਲ ਵੀ ਸਮਝਾਂਗੇ, ਠੀਕ ਹੈ। ਔਰ ਇਹ ਸਾਡੀ ਜਿਹੜੀ ਸੈਂਟਰਲ ਪ੍ਰੋਬਲਮ ਆਫ ਦਾ ਇਕੋਨਮੀ ਜਿਹੜੀ ਆ ਉਹ ਤਾਂ ਹੀ ਸ਼ੁਰੂ ਹੁੰਦੀ ਹੈ ਕਿਉਂਕਿ ਜਿਹੜੇ ਸਾਡੇ ਰਿਸੋਰਸਿਸ ਹੈ ਉਹ ਸਕੇਅਰਸ ਹੈ, ਔਰ ਇਹਨਾਂ ਦੇ ਅਲਟਰਨੇਟਿਵ ਯੂਜ਼ਿਸ ਹੈ, ਮਤਲਬ ਹਰ ਚੀਜ਼ ਦਾ ਕੋਈ ਹੋਰ ਵੀ ਵਰਤੋਂ ਕੀਤੀ ਜਾ ਸਕਦੀ ਹੈ, ਠੀਕ ਹੈ। ਇਕਨੋਮਿਕਸ ਪ੍ਰੋਬਲਮ ਹੁਣ ਹੁੰਦੀ ਕਿਉਂ ਹੈ, ਕਿਉਂਕਿ ਫਿਰ ਸਾਨੂੰ ਜਦੋਂ ਰਿਸੋਰਸਿਸ ਸਕੇਅਰਸ ਹੈ, ਅਲਟਰਨੇਟਿਵ ਯੂਜ਼ ਹੈ, ਤਾਂ ਫਿਰ ਸਾਨੂੰ ਕੀ ਕਰਨਾ ਪਏਗਾ, ਚੋਇਸ ਕਰਨੀ ਪਏਗੀ ਉਹਦੇ ਵਿੱਚੋਂ। ਔਰ ਚੋਇਸ ਕਿਉਂ ਕਰਨੀ ਪਏਗੀ, ਪਹਿਲਾ ਕਾਰਨ ਕੀ ਹੈ, ਰਿਸੋਰਸਿਸ ਸਾਡੇ ਲਿਮਿਟਿਡ ਹੈ। ਦੂਜਾ, ਜਿਹੜੀਆਂ ਹਿਊਮਨਸ ਦੀ ਇੱਛਾਵਾਂ ਨੇ ਉਹ ਅਨਲਿਮਿਟਿਡ ਨੇ, ਉਹ ਲਗਾਤਾਰ ਵੱਧਦੀਆਂ ਜਾਂਦੀਆਂ ਨੇ। ਬੇਸਿਕਲੀ ਬੱਚੇ ਆਪਾਂ ਸਭ ਨੂੰ ਪਤਾ ਆ ਕਿ ਜਦੋਂ ਸਾਡੇ ਕੋਲ ਕੋਈ ਇੱਕ ਚੀਜ਼ ਨਹੀਂ ਹੁੰਦੀ, ਇੱਕ ਚੀਜ਼ ਹੁੰਦੀ ਹੈ, ਅਸੀਂ ਕਹਿੰਦੇ ਹਾਂ ਆ ਮਿਲ ਗਈ, ਫਿਰ ਜਦੋਂ ਸਾਨੂੰ ਉਹ ਚੀਜ਼ ਮਿਲ ਜਾਂਦੀ ਹੈ ਫਿਰ ਅਸੀਂ ਉਸ ਤੋਂ ਵੱਡੀ ਚੀਜ਼ ਦੀ ਇੱਛਾ ਕਰਨ ਲੱਗ ਜਾਂਦੇ ਹਾਂ, ਫਿਰ ਉਸ ਤੋਂ ਤਾਂ ਸਾਡੀ ਜਿਹੜੀ ਵਾਂਟਸ ਨੇ, ਇੱਛਾਵਾਂ ਨੇ, ਉਹ ਲਗਾਤਾਰ ਵੱਧਦੀਆਂ ਜਾਂਦੀਆਂ ਨੇ, ਠੀਕ ਹੈ। ਔਰ ਤੀਸਰਾ ਕੀ ਹੈ, ਅਲਟਰਨੇਟਿਵ ਯੂਜ਼ਿਸ ਹੈ। ਬੱਚੇ ਹਰੇਕ ਚੀਜ਼ ਦਾ ਜੋ ਵੀ ਸਾਡੇ ਕੋਲ ਸਾਧਨ ਆ, ਹਰੇਕ ਸਾਧਨ ਦਾ ਕੋਈ ਨਾ ਕੋਈ ਅਲਟਰਨੇਟਿਵ ਯੂਜ਼ ਆ, ਠੀਕ ਹੈ। ਤਾਂ ਅਸੀਂ ਉਹਦਾ ਅਲਟਰਨੇਟਿਵ ਯੂਜ਼ ਜਿਹੜਾ ਹੈ ਉਹ ਕਰ ਸਕਦੇ। ਇਹਨਾਂ ਸਾਰਿਆਂ ਦੇ ਕਾਰਨ ਕੀ ਹੈ, ਜਿਹੜੀ ਇਕਨੋਮਿਕਸ ਦੀ ਜਿਹੜੀ ਪ੍ਰੋਬਲਮਸ ਆ ਉਹ ਹੁੰਦੀਆਂ। ਹੁਣ ਸੈਂਟਰਲ ਪ੍ਰੋਬਲਮ ਆਫ ਦਾ ਇਕੋਨਮੀ ਕੀ ਹੈ, ਇਕੋਨਮੀ ਦੀ ਸੈਂਟਰਲ ਪ੍ਰੋਬਲਮ ਕੀ ਹੈ, ਇਸ ਚੀਜ਼ ਨੂੰ ਅਸੀਂ ਡਿਸਕਸ ਕਰਦੇ ਹਾਂ। ਲੈਟਸ ਹੁਣ ਸੈਂਟਰਲ ਪ੍ਰੋਬਲਮ ਜਿਹੜੀ ਆ ਇਹ ਇਕੋਨਮੀ ਦੀ ਕਿੱਦਾਂ ਕ੍ਰੀਏਟ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਇੱਕ ਇਕੋਨਮੀ ਦੇ ਅੰਦਰ ਇੱਕ ਪ੍ਰੋਡਿਊਸਰਸ ਹੈ ਜਾਂ ਇੱਕ ਕੰਜ਼ਿਊਮਰਸ ਆ, ਉਹ ਕਿੱਦਾਂ ਡੀਲ ਕਰੇਗਾ। ਸਭ ਤੋਂ ਪਹਿਲਾਂ ਉਹਨੂੰ ਪ੍ਰੋਬਲਮ ਆ ਗਈ ਕਿ ਮੈਂ ਕੀ ਕਰਾਂ, ਵਟ ਮੈਂ ਕਿੱਦਾਂ ਦਾ ਚੀਜ਼ ਪ੍ਰੋਡਿਊਸ ਕਰਾਂ। ਹੁਣ ਕੰਜ਼ਿਊਮਰ ਗੁੱਡਸ ਪ੍ਰੋਡਿਊਸ ਕਰਾਂ ਜਾਂ ਕੈਪੀਟਲ ਗੁੱਡਸ ਪ੍ਰੋਡਿਊਸ ਕਰਾਂ, ਕਿਉਂਕਿ ਸਾਡੇ ਕੋਲ ਮੇਰੇ ਕੋਲ ਸਾਧਨ ਲਿਮਿਟਿਡ ਹੈ, ਹਰੇਕ ਕੋਲ ਪ੍ਰੋਡਿਊਸਰ ਕੋਲ ਜਿਹੜੇ ਸਾਧਨਸ ਆ ਉਹ ਲਿਮਿਟਿਡ ਹੈ। ਹੁਣ ਕੰਜ਼ਿਊਮਰ ਗੁੱਡਸ ਉਹ ਬੇਸਿਕ ਚੀਜ਼ਾਂ, ਯਾਨੀ ਕਿ ਜਿਹੜੀਆਂ ਸਾਨੂੰ ਲੋੜ ਦੀਆਂ ਚੀਜ਼ਾਂ ਨੇ, ਸਾਡੀਆਂ ਡੇ ਟੂ ਡੇ ਰੂਟੀਨ ਦੀਆਂ ਚੀਜ਼ਾਂ ਨੇ, ਉਹ ਚੀਜ਼ਾਂ ਪ੍ਰੋਡਿਊਸ ਕਰੇ, ਜਾਂ ਇੱਕ ਇਕੋਨਮੀ ਨੂੰ ਅੱਗੇ ਵਧਾਉਣ ਲਈ ਕੈਪੀਟਲ ਗੁੱਡਸ ਪ੍ਰੋਡਿਊਸ ਕਰੇ, ਯਾਨੀ ਕਿ ਮਸ਼ੀਨਰੀ ਪ੍ਰੋਡਿਊਸ ਕਰੇ, ਜਾਂ ਜਿਹੜਾ ਇਨਫਰਾਸਟਰਕਚਰ ਕ੍ਰੀਏਟ ਕਰੇ, ਕਿੱਦਾਂ ਦੀਆਂ।
ਕਿੱਦਾਂ ਦੀ ਉਹ ਕਰੇ। ਉਹ ਇਸ ਲਈ ਉਸ ਨੂੰ ਇਹ ਦੇਖਣਾ ਪਏਗਾ ਕਿ ਉਹਦੇ ਕੋਲੇ ਰਿਸੋਰਸਿਸ ਜਿਹੜੇ ਆ ਉਹ ਕਿਸ ਤਰੀਕੇ ਦੇ ਆ, ਕਿਸ ਤਰੀਕੇ ਦੀ ਉਹਦੇ ਕੋਲੇ ਕੈਪੀਟਲ ਆ। ਉਹ ਉਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਉਹਨੂੰ ਇਹਨਾਂ ਦੋਨਾਂ ਦੇ ਵਿੱਚੋਂ ਕੀ ਆ ਅਲਟਰਨੇਟ ਜਿਹੜਾ ਉਹ ਚੂਜ਼ ਕਰਨਾ ਪਏਗਾ। ਦੂਸਰਾ ਉਹਨੂੰ ਕੀ ਕਰਨਾ ਪਏਗਾ, ਹਾਓ। ਹੁਣ ਇਹ ਵੀ ਉਹਨੂੰ ਧਿਆਨ 'ਚ ਰੱਖਣਾ ਪਏਗਾ ਕਿ ਉਹ ਪ੍ਰੋਡਿਊਸ ਕਿੱਦਾਂ ਕਰੇ। ਹੁਣ ਉਹਦੇ ਕੀ ਰਿਸੋਰਸਿਸ ਨੇ, ਉਹਦੇ ਕੋਲ ਜਿਹੜੇ ਰਿਸੋਰਸਿਸ ਨੇ ਉਹ ਲੇਬਰ ਇੰਟੈਂਸਿਵ ਹੈ ਜਾਂ ਕੈਪੀਟਲ ਇੰਟੈਂਸਿਵ ਹੈ। ਮੀਨਸ ਜਿੱਦਾਂ ਦੀ ਅਸੀਂ ਕੰਟਰੀ ਇੰਡੀਆ ਲਾਈਕ ਕੰਟਰੀ ਜਿੱਥੇ ਰਹਿੰਦੇ ਹਾਂ, ਇੱਥੇ ਲਗਭਗ ਅਸੀਂ ਮੰਨਦੇ ਹਾਂ ਕਿ 1.5 ਕਰੋੜ ਦੇ 150 ਕਰੋੜ 1.25 ਮਿਲੀਅਨਸ ਦੀ ਪਾਪੂਲੇਸ਼ਨ ਆ ਜਿੱਥੇ, ਉੱਥੇ ਲੇਬਰਸ ਦੀ ਕੋਈ ਕਮੀ ਨਹੀਂ ਹੋਏਗੀ। ਔਰ ਕੈਪੀਟਲ ਦੀ ਸਾਨੂੰ ਪਤਾ ਹੈ ਕਿ ਇੱਥੇ ਜਿਹੜੀ ਗਰੀਬੀ ਰੇਖਾ ਆ ਉਹਦੇ ਤੇ ਨੀਚੇ ਵੀ ਬਹੁਤ ਸਾਰੇ ਜਿਹੜੀ ਸਾਡੀ ਪਾਪੂਲੇਸ਼ਨ ਹੈ ਉਹ ਬਹੁਤ ਸਾਰੀ ਬਿਲੋ ਦਾ ਪੋਵਰਟੀ ਲਾਈਨਸ ਹੈ। ਤਾਂ ਫਿਰ ਕੀ ਹੈ ਸਾਡੇ ਕੋਲ, ਦੈਟ ਮੀਨਸ ਕੈਪੀਟਲ ਬਹੁਤ ਘੱਟ ਆ। ਤਾਂ ਫਿਰ ਸਾਨੂੰ ਇਹ ਵੀ ਧਿਆਨ ਰੱਖਣਾ ਪਏਗਾ ਕਿ ਸਾਡੇ ਕੋਲ ਕਿਹੜੀ ਚੀਜ਼ ਜ਼ਿਆਦਾ ਆ ਔਰ ਅਸੀਂ ਕਿਹਦਾ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਕੇ ਕਿਹੜੀ ਟੈਕਨੀਕ ਦੇ ਜ਼ਰੀਏ ਅਸੀਂ ਉਹ ਪ੍ਰੋਡਕਸ਼ਨ ਕਰਨੀ ਆ। ਹੁਣ ਸਾਨੂੰ ਪਤਾ ਲੇਬਰ ਸਾਨੂੰ ਬਹੁਤ ਈਜ਼ੀਲੀ ਮਿਲ ਜਾਏਗੀ, ਤਾਂ ਅਸੀਂ ਲੇਬਰ ਇੰਟੈਂਸਿਵ ਟੈਕਨੀਕਸ ਦਾ ਜ਼ਿਆਦਾ ਯੂਜ਼ ਕਰਾਂਗੇ ਬਜਾਏ ਕਿ ਕੈਪੀਟਲ ਇੰਟੈਂਸਿਵ ਟੈਕਨੀਕਸ ਤੇ। ਔਰ ਤੀਸਰੀ ਕੀ ਪ੍ਰੋਬਲਮ ਹੈ, ਫॉर ਹੋਮ। ਹੁਣ ਪ੍ਰੋਡਕਸ਼ਨ ਤੇ ਅਸੀਂ ਕਰਨੀ ਹੈ, ਇਹ ਵੀ ਪਤਾ ਲੱਗ ਗਿਆ ਅਸੀਂ ਕੰਜ਼ਿਊਮਰ ਗੁੱਡਸ ਦੀ ਕਰਨੀ ਹੈ ਜਾਂ ਕੈਪੀਟਲ ਗੁੱਡਸ ਦੀ ਕਰਨੀ ਹੈ, ਟੈਕਨੀਕ ਕਿਹੜੀ ਯੂਜ਼ ਕਰਨੀ ਹੈ ਇਹ ਵੀ ਸਾਨੂੰ ਪਤਾ ਲੱਗ ਗਿਆ। ਹੁਣ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਫॉर ਹੋਮ ਅਸੀਂ ਕੀ ਮੋਟਿਵ ਕੀ ਹੈ ਸਾਡਾ ਇਸ ਪ੍ਰੋਡਕਸ਼ਨ ਦੇ ਪਿੱਛੇ, ਇਸ ਸਾਡੀ ਇਕਨੋਮਿਕਸ ਐਕਟੀਵਿਟੀ ਦੇ ਪਿੱਛੇ ਕੀ ਮੋਟਿਵ ਕੀ ਹੈ। ਇਹਦਾ ਮੋਟਿਵ ਸਾਡਾ ਕਿਤੇ ਇਹਦੇ ਵੀ ਪਰਸਨਲ ਪ੍ਰੋਫਿਟ। ਇੱਕ ਇੰਡੀਵਿਜੂਅਲ ਬੰਦਾ ਆ ਉਹ ਹਮੇਸ਼ਾ ਹੀ ਉਹਦੀ ਇੱਛਾ ਹੋਏਗੀ ਕਿ ਉਹ ਜੋ ਵੀ ਕੰਮ ਕਰੇ ਉਹਦਾ ਮੋਟਿਵ ਹੋਏਗਾ ਕਿ ਉਹ ਮੈਕਸਿਮਮ ਜਿਹੜਾ ਪ੍ਰੋਫਿਟ ਹੈ ਉਹ ਅਰਨ ਕਰੇ। ਉਹ ਲਾਭ ਵਾਸਤੇ ਹੀ ਕੰਮ ਕਰਦਾ, ਪ੍ਰੋਫਿਟ ਵਾਸਤੇ ਹੀ ਕੰਮ ਕਰਦਾ, ਬਿਨਾਂ ਪ੍ਰੋਫਿਟ ਤਾਂ ਬਹੁਤ ਘੱਟ। ਬਟ ਜਿਹੜੀ ਇਹ ਗਵਰਨਮੈਂਟ ਹੈ ਹੁਣ ਉਹ ਦੇਖਣਾ ਪਏਗਾ ਕਿ ਉਹ ਕਿਸ ਵਾਸਤੇ ਕੰਮ ਕਰ ਰਹੀ ਹੈ। ਉਹ ਪਰਸਨਲ ਪ੍ਰੋਫਿਟ ਵਾਸਤੇ ਕੰਮ ਕਰ ਰਹੀ ਹੈ ਜਾਂ ਫੰਕਸ਼ਨਲ ਡਿਸਟਰੀਬਿਊਸ਼ਨ। ਫੰਕਸ਼ਨਲ ਡਿਸਟਰੀਬਿਊਸ਼ਨ ਮਤਲਬ ਫੈਕਟਰ ਆਫ ਪ੍ਰੋਡਕਸ਼ਨ। ਅਸੀਂ ਇੱਥੇ ਫੈਕਟਰ ਆਫ ਪ੍ਰੋਡਕਸ਼ਨ ਦੀ ਗੱਲ ਕਰ ਰਹੇ ਹਾਂ। ਪ੍ਰੋਡਕਸ਼ਨ ਦੇ ਲਈ ਕਿਹੜੇ ਕਿਹੜੇ ਫੈਕਟਰਸ ਜ਼ਰੂਰੀ ਹੁੰਦੇ ਨੇ, ਲੈਂਡ, ਲੇਬਰ ਐਂਡ ਕੈਪੀਟਲ। ਠੀਕ ਹੈ, ਇਹ ਤਿੰਨ ਤਰ੍ਹਾਂ ਦੇ ਜਿਹੜੇ ਫੈਕਟਰਸ ਆ ਉਹ ਜ਼ਰੂਰੀ ਹੁੰਦੇ ਹਨ। ਔਰ ਲੈਂਡ, ਲੇਬਰ, ਕੈਪੀਟਲਸ ਦੇ ਵਿੱਚ ਜਿਹੜਾ ਆ ਅਸੀਂ ਉਹਨਾਂ ਦੇ ਲਈ ਪ੍ਰੋਡਕਸ਼ਨ ਜਿਹੜੀ ਕਰਨੀ ਹੈ ਜਾਂ ਪਰਸਨਲ ਪ੍ਰੋਫਿਟ ਦੇ ਲਈ ਪ੍ਰੋਡਕਸ਼ਨ ਕਰਨੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਨੇ ਉਹ ਸਾਨੂੰ ਇੱਕ ਇਕੋਨਮੀ ਦੇ ਅੰਦਰ ਅਸੀਂ ਸਟੱਡੀ ਕਰਨੀਆਂ ਨੇ। ਔਰ ਕਿੱਦਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕਰਦੇ ਹਾਂ, ਇਹੀ ਬੇਸਿਕ ਸਾਡਾ ਜਿਹੜਾ ਫਸਟ ਟੌਪਿਕ ਹੈ, ਦੈਟ ਇਜ਼ ਆਲ ਅਬਾਊਟ ਦ ਸੈਂਟਰਲ ਪ੍ਰੋਬਲਮ ਆਫ ਦ ਇਕੋਨਮੀਜ਼। I hope you understand well, and if you have any kind of doubts or the problem, please share with me. Tomorrow we will come with the next topic, that is the production. And production, what is the production possibility curve and about the production. Thank you so much.